ਵੀ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਮਕੈਨਿਕਸ ਆਫ ਫਲੂਇਡਸ ਦੇ ਵਿੱਚੋਂ ਟੌਪਿਕ ਕਰਾਂਗੇ ਵਿਸਕੋਸਿਟੀ। ਠੀਕ ਹੈ, ਵਿਸਕੋਸਿਟੀ ਕੀ ਹੁੰਦੀ ਆ ਪਹਿਲਾਂ ਉਹ ਸਮਝਾਂਗੇ। ਜਿੰਨੇ ਵੀ ਲਿਕੁਇਡਸ ਹੁੰਦੇ ਨੇ ਜਾਂ ਫਲੂਇਡਸ ਹੁੰਦੇ ਨੇ ਉਹ ਸਾਰੇ ਆਈਡੀਅਲ ਫਲੂਇਡ ਨਹੀਂ ਹੁੰਦੇ। ਫਾਰ ਐਗਜ਼ਾਮਪਲ ਜਿਵੇਂ ਆਪਾਂ ਵਾਟਰ ਦੀ ਗੱਲ ਕਰ ਲਈਏ, ਵਾਟਰ ਇਜ਼ ਡਿਫਰੈਂਟ ਫਰੋਮ ਹਨੀ। ਹਨੀ ਤੋਂ ਡਿਫਰੈਂਟ ਆ। ਹਨੀ ਇਜ਼ ਡਿਫਰੈਂਟ ਫਰੋਮ ਓਇਲ। ਕੋਈ ਵੀ ਓਇਲ ਲੈ ਲਈਏ, ਉਹਦੀਆਂ ਟੈਕਸਚਰ ਹੋਰ ਹੁੰਦਾ, ਪ੍ਰੋਪਰਟੀਜ਼ ਹੋਰ ਹੁੰਦੀਆਂ ਨੇ ਅਤੇ ਡੈਂਸਿਟੀ ਹੋਰ ਹੁੰਦੀ ਹੈ। ਸੋ ਐਵਰੀ ਫਲੂਇਡ ਇਜ਼ ਡਿਫਰੈਂਟ ਫਰੋਮ ਅਦਰ। ਸੋ ਹੁਣ ਇਹਦਾ ਮਤਲਬ ਇਹ ਹੋ ਗਿਆ, ਜੇਕਰ ਆਪਾਂ ਅਜ਼ਿਊਮ ਕਰ ਲਈਏ ਬਈ ਦੋ ਸਾਡੇ ਕੋਲੇ ਗਲਾਸ ਦੀਆਂ ਸ਼ੀਟਸ ਨੇ, ਸਪੋਜ਼ ਕਰੀਏ ਸਾਡੇ ਕੋਲ ਦੋ ਗਲਾਸ ਦੀਆਂ ਸ਼ੀਟਸ ਨੇ। ਇੱਕ ਸ਼ੀਟ ਮੈਂ ਉੱਪਰ ਬਣਾ ਲੈਣਾ, ਸੋ ਦਿਸ ਇਜ਼ ਮਾਈ ਫਸਟ ਸ਼ੀਟ ਐਂਡ ਸੈਕਿੰਡ ਸ਼ੀਟ ਇਜ਼ ਹੇਅਰ। ਦੋਨਾਂ ਸ਼ੀਟਸ ਦੇ ਵਿਚਕਾਰ ਦੇਅਰ ਇਜ਼ ਏ ਲਿਕੁਇਡ। ਸਪੋਜ਼ ਕਰ ਲਈਏ ਕੋਈ ਲਿਕੁਇਡ ਆ, ਵਾਟਰ ਕਹਿ ਲਈਏ ਚਾਹੇ ਆਇਲ ਕਹਿ ਲਈਏ। ਐਕਚੁਅਲੀ ਇਹ ਦੋਨੇ ਸ਼ੀਟਸ ਬਿਲਕੁਲ ਨਾਲ ਨੇ, ਵਿਚਾਲੇ ਇਹਨਾਂ ਦੇ ਲਿਕੁਇਡ ਆ, ਬਟ ਆਪਾਂ ਸਮਝਣ ਦੇ ਲਈ ਇਹਨੂੰ ਥੋੜ੍ਹਾ ਜਿਹਾ ਖੁੱਲ੍ਹਾ ਬਣਾਇਆ ਹੋਇਆ। ਇੰਨੀ ਗੱਲ ਸਮਝ ਲੱਗ ਗਈ। ਸੋ ਆਹ ਜਿਹੜੀਆਂ ਦੋ ਸ਼ੀਟਸ ਨੇ, ਦੀਜ਼ ਆਰ ਆਫ ਗਲਾਸ, ਅਤੇ ਇਹਦੇ ਵਿਚਾਲੇ ਕੀ ਆ ਜੀ, ਕੋਈ ਲਿਕੁਇਡ ਆ ਜਿਹੜੇ ਦੋਨਾਂ ਗਲਾਸਿਸ ਦੇ ਵਿੱਚ ਟਰੈਪ ਕੀਤਾ ਹੋਇਆ। ਜਿਹੜੀ ਸਾਡੀ ਨੀਚੇ ਵਾਲੀ ਲੇਅਰ ਆ ਇਹਨੂੰ ਅਸੀਂ ਸਟੇਸ਼ਨਰੀ ਮੰਨਾਂਗੇ, ਮਤਲਬ ਇਹ ਐਟ ਰੈਸਟ ਆ, ਇਹ ਮੂਵ ਨਹੀਂ ਕਰੂਗੀ। ਉੱਪਰਲੀ ਲੇਅਰ ਨੂੰ ਜੇਕਰ ਅਸੀਂ ਫੋਰਸ ਲਾ ਕੇ ਦੂਸਰੇ ਪਾਸੇ ਨੂੰ ਮੂਵ ਕਰਾਉਣ ਦੀ ਕੋਸ਼ਿਸ਼ ਕਰੀਏ ਵਿਦ ਏ ਵੈਲੋਸਿਟੀ v, ਕੀ ਉਹ ਮੂਵ ਕਰੂਗੀ? ਦੋ ਗਲਾਸ ਸਰਫੇਸਿਸ ਨੇ, ਦੋਨਾਂ ਦੇ ਵਿਚਾਲੇ ਆਪਾਂ ਕੋਈ ਲਿਕੁਇਡ ਪਾ ਲਿਆ, ਉੱਪਰਲੀ ਨੂੰ ਅਸੀਂ ਧੱਕਾ ਲਾਉਂਦੇ ਹਾਂ ਇੱਕ ਪਾਸੇ ਨੂੰ, ਕੀ ਉਹ ਮੂਵ ਕਰੂਗੀ? ਕਰੂਗੀ। ਠੀਕ ਆ, ਥੱਲੇ ਵਾਲੀ ਆਪਾਂ ਫਿਕਸ ਰੱਖ ਲਈ, ਉੱਪਰ ਵਾਲੀ ਮੂਵ ਕਰੂਗੀ। ਓਕੇ, ਸਪੋਜ਼ ਕਰੀਏ ਪਹਿਲਾਂ ਇਹਦੇ ਵਿੱਚ ਪਾਣੀ ਆ, ਵਾਟਰ ਆ। ਵਾਟਰ ਵਾਲੀ ਜ਼ਿਆਦਾ ਸੌਖੀ ਮੂਵ ਕਰੂਗੀ ਜਾਂ ਆਇਲ ਵਾਲੀ ਸੌਖੀ ਮੂਵ ਕਰੂਗੀ? ਆਇਲ ਵਾਲੀ ਜ਼ਿਆਦਾ ਸੌਖੀ ਮੂਵ ਕਰੂਗੀ ਕਿਉਂਕਿ ਉਹ ਸਲਿੱਪਰੀ ਹੁੰਦਾ। ਓਕੇ, ਅਤੇ ਜੇ ਮੈਂ ਇਹਦੀ ਜਗ੍ਹਾ ਦੇ ਉੱਤੇ ਹਨੀ ਪਾ ਦਾਂ, ਔਖੀ ਕਰੂਗੀ। ਉਹਦੀ ਜਗ੍ਹਾ 'ਤੇ ਮੈਂ ਗਰੀਸ ਪਾ ਦਾਂ, ਹੋਰ ਔਖੀ ਕਰੂਗੀ। ਕਲੀਅਰ? ਸੋ ਇਹਦਾ ਮਤਲਬ ਇਹ ਹੋਇਆ ਵੀ ਐਵਰੀ ਲਿਕੁਇਡ offers a resistance when one layer is tried to push further over the other layer. ਕਲੀਅਰ? ਥੱਲੜੀ ਲੇਅਰ ਦੇ ਉੱਪਰਲੀ ਲੇਅਰ ਨੂੰ ਅਸੀਂ ਮੂਵ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹਰੇਕ ਲਿਕੁਇਡ ਆ ਜਿਹੜਾ ਉਹ ਕੁਛ ਜ਼ਿਆਦਾ ਕੁਛ ਘੱਟ ਰੈਜ਼ਿਸਟੈਂਸ ਆਫਰ ਕਰਦਾ ਮੂਵ ਕਰਨ ਦੇ ਲਈ। ਕਲੀਅਰ? ਹੁਣ ਉੱਪਰਲੀ ਲੇਅਰ ਆ ਜਿਹੜੀ, ਸਭ ਤੋਂ ਉੱਪਰਲੀ ਲੇਅਰ, ਸਪੋਜ਼ ਕਰੀਏ ਹੁਣ ਆਹ ਤਾਂ ਆਪਾਂ ਐਗਜ਼ਾਮਪਲ ਲਈ ਸੀ ਵੀ ਵਾਟਰ ਆ ਜਾਂ ਆਇਲ ਆ ਜਾਂ ਹਨੀ ਆ, ਕੰਪੈਰੀਜ਼ਨ ਦੇ ਲਈ ਐਗਜ਼ਾਮਪਲ ਲਈ ਸੀ। ਸਪੋਜ਼ ਕਰ ਲਈਏ ਹੁਣ ਸਾਡੇ ਕੋਲ ਅਸੀਂ ਵਾਟਰ ਦਾ ਕੇਸ ਹੀ ਕੰਸੀਡਰ ਕਰੀਏ। ਸਭ ਤੋਂ ਉੱਪਰਲੀ ਲੇਅਰ ਕੀ ਕਰੂਗੀ? ਜਿਹੜੀ ਕਿ ਉੱਪਰਲੀ ਸਰਫੇਸ ਨੂੰ ਵੈਟ ਕਰੂਗੀ। ਇੱਕ ਲੇਅਰ ਉਹ ਹੋਊਗੀ ਜਿਹੜੀ ਥੱਲੜੀ ਸਰਫੇਸ ਨੂੰ ਵੈਟ ਕਰੂਗੀ, ਗਿੱਲਾ ਕਰੂਗੀ। ਜਿਹੜੀਆਂ ਉਹ ਦੋਨੇ ਐਕਸਟਰੀਮ ਵਾਲੀਆਂ ਲੇਅਰਸ ਹੋਣਗੀਆਂ, ਉਹ ਥੱਲੇ ਵਾਲੀ ਲੇਅਰ ਆ ਜਿਹੜੀ ਇਸ ਸਰਫੇਸ ਨੂੰ ਗਿੱਲਾ ਕਰੂਗੀ, ਉਹ ਇਸ ਗਲਾਸ ਦੇ ਨਾਲ ਹੀ ਚਿਪਕੀ ਰਹੂਗੀ, ਅਤੇ ਜੇਕਰ ਇਹ ਰੈਸਟ 'ਤੇ ਆ ਤਾਂ ਉਹ ਵੀ ਰੈਸਟ 'ਤੇ ਰਹੂਗੀ। ਕਲੀਅਰ ਹੈ ਗੱਲ? ਹੁਣ ਜਿਹੜੀ ਉੱਪਰਲੀ ਲੇਅਰ ਆ, ਅਸੀਂ ਉੱਪਰਲੀ ਗਲਾਸ ਦੀ ਜਿਹੜੀ ਸ਼ੀਟ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜਿਹੜੀ ਸਭ ਤੋਂ ਟੌਪ ਮੋਸਟ ਲੇਅਰ ਹੋਏਗੀ ਜਿਹੜੀ ਉੱਪਰਲੀ ਸਰਫੇਸ ਨੂੰ ਵੈਟ ਕਰਦੀ ਆ, ਉਹ ਉਹਦੇ ਨਾਲ ਹੀ ਮੂਵ ਕਰੂਗੀ। ਠੀਕ ਆ, ਅਤੇ ਜਿਹੜੀ ਉਦੋਂ ਇੱਕ ਜਸਟ ਥੱਲੇ ਵਾਲੀ ਲੇਅਰ ਹੋਊਗੀ ਉਹਨੂੰ ਵੀ ਮੂਵ ਕਰਾਉਣ ਦੀ ਕੋਸ਼ਿਸ਼ ਕਰੂਗੀ। ਮਤਲਬ ਜਿਹੜੀ ਟੌਪ ਮੋਸਟ ਲੇਅਰ ਉੱਪਰਲੇ ਪਾਸੇ ਆ ਅਤੇ ਲੋਅਰ ਮੋਸਟ ਲੇਅਰ ਥੱਲੇਲੇ ਪਾਸੇ ਆ, ਜਿਹੜੀਆਂ ਦੋਨੇ ਲੇਅਰਸ ਲਿਕੁਇਡ ਦੀਆਂ ਇਹ ਸਰਫੇਸ ਨੂੰ, ਇਹ ਵਾਲੀ ਸਰਫੇਸ ਨੂੰ ਵੈਟ ਕਰਦੀਆਂ ਨੇ, ਗਿੱਲਾ ਕਰਦੀਆਂ ਨੇ, ਉਹ ਨਾਲ ਸਟਿਕ ਹੋ ਜਾਂਦੀਆਂ ਨੇ, ਅਤੇ ਜਿੰਨੀ ਵੈਲੋਸਿਟੀ ਦੇ ਨਾਲ ਉੱਪਰਲੀ ਬੋਡੀ ਮੂਵ ਕਰਦੀ ਆ ਉਹਦੇ ਨਾਲ ਮੂਵ ਕਰੂਗੀ, ਉਹ ਲੇਅਰ ਦੀ ਵੈਲੋਸਿਟੀ ਵੀ ਉਨੀ ਹੋ ਜਾਏਗੀ, ਅਤੇ ਥੱਲੇ ਵਾਲੀ ਦੀ ਵੈਲੋਸਿਟੀ ਵੀ ਉਹਦੇ ਵਾਲੀ ਜਿੰਨੀ ਹੋ ਜਾਏਗੀ, ਥੱਲੇ ਵਾਲੀ ਲੇਅਰ ਦੀ ਵੈਲੋਸਿਟੀ।
क्लीयर, इन्नी गल समझ लग गई। ओके, हुण जदों असीं उपरली इस सरफेस नूं मूव करते हैं विद वेलोसिटी v, फोर्स भी असीं अगे नूं लाउने आ, ते थल्ले वाली लेयर आ जिहड़ी वो स्टेशनरी आ, थल्ले वाली लेयर की वेलोसिटी हैगी आ 0, उपर वाली लेयर की वेलोसिटी v आ। तो ग्रैजुअली ज्यों-ज्यों असीं थल्ले वाली लेयर तो उपर वाले पासे नूं जाने आ तां सारियां लेयर्स हौली हौली इन्हां दी स्पीड आ जिहड़ी वो वधूगी, क्योंकि थल्ले वाली रुकी हुई आ ते उपर वाली सब तो तेज़ मूव कर रही है उपरली इहदे नाल सरफेस दे नाल। सो इस तरह के फ्लो नूं असीं कहने आ लैमीनार फ्लो। की कहने आ? लैमीनार फ्लो ऑफ लेयर्स। एक तो यह गल हो गई याद रखने वाली, लैमीनार फ्लो ऑफ लेयर्स। तो जिहड़ी रजिस्टेंस मिलती आ लेयर्स नूं ड्यू टू दी रैलेटिव मोशन, रैलेटिव मोशन मतलब एक दे प्रति दूजे का मोशन लेयर्स का, उहनूं असीं कहने आ विस्कोसिटी। क्लीयर, जिहड़ी रजिस्टेंस मिलती आ फ्लूइड्स नूं मूव करन दे लई काहदे करके, ड्यू टू दी रैलेटिव मोशन ऑफ वन लेयर विद रिस्पैक्ट टू दी लेयर विच इज़ बिलो फस्ट। पहली लेयर तो जी थल्ले वाली लेयर आ इस केस दे विच उहदे कंपैरिजन च मूव करदियां ना तां जिहड़ी रेजिस्टेंस मिलदी है उहनूं की कहने असीं विस्कोसिटी, जिहड़ा अपना अज दा टॉपिक आ। हाँ जी, विस्कोसिटी पता लग गया की हुंदा। हुण असीं आईए मैथेमैटिकल कैलकुलेशन ते भी सानूं इहदे विचों चाहीदा की है। असीं इहदे विच फाइंड करांगे कोएफिशिएंट ऑफ विस्कोसिटी। कोएफिशिएंट ऑफ विस्कोसिटी देखांगे। इहनूं मैं थोड़ा जिहा रेज कर दिना विचालियां लेयर्स नूं, जिहड़ा आपां समझण लई बनाया सी। जदों यह बॉडी पहलां सपोज करिए भी नीचे वाली लेयर तो आपां पक्की मन्नी आ भी यह स्टेशनरी आ, मन लीए पहलां वाली लेयर भी अपनी स्टेशनरी आ, तो लेयर आ जिहड़ी विचकार लिक्विड दी उहनूं मैं इत्थे मान लैना। सपोज करिए आ मेरा पॉइंट ए आ, इत्थे मेरा पॉइंट बी आ, इत्थे सी आ, ते इत्थे मेरा पॉइंट डी। तो मेरी जिहड़ी लेयर आ इट इज़ ए बी सी डी। सो दिस इज़ माई लेयर। उस तो बाद मैं उपर वाली दे उत्ते फोर्स लगाउणा, आही वाली ते उपर वाली वेलोसिटी दे नाल मूव करना स्टार्ट कर दिंदी आ। ते आफ्टर टाइम डेल्टा टी, थोड़े जे टाइम तो बाद की होया भी, क्योंकि उपरली लेयर मूव करती है, उपरली सरफेस मूव करती है। सपोज मैं कर लेना भी ए पॉइंट आ जिहड़ा मेरा ये पहुँच गया जी ए डैश ते सी पॉइंट मेरा पहुँच गया सी डैश ते मेरी जिहड़ी लेयर आ उहदी होण वाली पोजीशन आ जिहड़ी वो आह वाली बन गई। क्लीयर। तो जिहड़ा डिस्टेंस मूव किया उपरली लेयर ने आह वाला, इन्ना डिस्टेंस मूव किया ये किहदे बराबर होएगा, बिकॉज वेलोसिटी इहदी वी आ ते टाइम कितना लिया जी इहने डेल्टा टी, तो डिस्टेंस किहदे बराबर होएगा, वेलोसिटी इनटू टाइम। सो डिस्टेंस मूवड इज डेल्टा एक्स कह देना मैं, एंड इट्स वैल्यू विल बी वी टाइम्स डेल्टा टी। ठीक है। हुण असीं आउणे आ बई यह की है, ये बनिया इत्थे असीं कढांगे स्ट्रेन रेट। स्ट्रेन कितनी डिवेलप हुई इस लेयर दे विच, जिहड़ी आपां कोएफिशिएंट ऑफ रिजिडिटी पढ़िया सी तां उहदे विच आपां स्ट्रेन कढी सी, शीयरिंग स्ट्रेन। तो इत्थे भी एक किस्म की शीयरिंग स्ट्रेन लगी आ लेयर दे उत्ते, ते शीयरिंग स्ट्रेन आ जिहड़ी ਉਹਨੂੰ मैं ਉਹਨੂੰ ਕੱਢਦਾ ਹਾਂ ਇੱਥੇ ਕਿੰਨੇ ਕਿਹਦੇ ਬਰਾबर ਹੋਏਗੀ ਉਹ ਸ਼ੀਅਰਿੰਗ ਸਟ੍ਰੇਨ ਕਿਹਦੇ ਬਰਾबर ਹੋਏਗੀ ਜੀ। ਸੋ ਇਧਰਲੇ ਪਾਸੇ ਡਿਸਟੈਂਸ ਕਿੰਨਾ ਮੇਰਾ ਕੱਢਿਆ ਉੱਥੇ ਦੇਖੋ ਡੈਲਟਾ ਐਕਸ। ਸੋ ਡੈਲਟਾ ਐਕਸ ਤੇ ਲੈਟ ਮੈਂ ਇਹ ਕਰ ਲੈਣਾ ਵੀ ਜਿਹੜੀ ਇਧਰਲੇ ਪਾਸੇ ਲੈਂਥ ਆ ਇਹ ਮੇਰੀ ਹੈ ਐਲ, ਤੇ ਇਹਦਾ ਮਤਲਬ ਡੈਲਟਾ ਐਕਸ ਪੌਨ ਐਲ ਮੇਰਾ ਕੀ ਹੋ ਗਿਆ ਸ਼ੀਅਰਿੰਗ ਸਟ੍ਰੇਨ। ठीक है जी।
ਤੇ ਹੁਣ ਮੈਂ ਕੱਢਣ ਲੱਗਿਆ ਸਟ੍ਰੇਨ ਰੇਟ, ਕਿਉਂਕਿ ਇਹ ਸਟ੍ਰੇਨ ਲਗਾਤਾਰ ਚੇਂਜ ਕਰ ਰਿਹਾ, ਦੀ ਰੇਟ ਆਫ ਚੇਂਜ ਆਫ ਸਟ੍ਰੇਨ। ਸੋ ਕਿੰਨੇ ਟਾਈਮ 'ਚ ਚੇਂਜ ਕੀਤੀ, ਸੋ ਇਹਦਾ ਮਤਲਬ ਸਟ੍ਰੇਨ ਰੇਟ ਆ ਜਿਹੜਾ ਮੇਰਾ ਉਹ ਕਿੰਨਾ ਆ ਗਿਆ। ਸੋ ਇਟ ਵਿਲ ਬੀ ਡੈਲਟਾ ਐਕਸ ਅਪੋਨ ਐਲ ਤਾਂ ਮੇਰੀ ਸਟ੍ਰੇਨ ਸੀਗੀ, ਤੇ ਬਟੇ ਜੇ ਮੈਂ ਡੈਲਟਾ ਟੀ ਵੀ ਕਰਦਾ ਨਾਲ ਪਰ ਯੂਨਿਟ ਟਾਈਮ ਕਰ ਲਈਏ, then it will be called strain rate. Clear that how the strain is developing in this layer, कितनी फास्ट हो develop हो रही है, ਉਹਨੂੰ ਮੈਂ कहता strain rate। ਹੁਣ ਜੇਕਰ ਤੁਸੀਂ ਧਿਆਨ ਨਾਲ ਦੇਖੋ, ਇੱਥੇ ਮੇਰੇ ਕੋਲੇ ਫਿਗਰ ਬਣ ਰਹੀ ਆ ਡੈਲਟਾ x ਅਪੋਨ ਡੈਲਟਾ t, ਚੇਂਜ ਆਫ ਡਿਸਟੈਂਸ ਵਿਦ ਚੇਂਜ ਇਨ ਟਾਈਮ। ਇਹਨੂੰ ਮੈਂ ਕੀ ਕਹੂੰਗਾ, ਡਿਸਟੈਂਸ ਪਰ ਯੂਨਿਟ ਟਾਈਮ ਕੀ ਹੁੰਦਾ, ਸਪੀਡ। ਸੋ ਸਟ੍ਰੇਨ ਰੇਟ ਮੇਰਾ ਕਿਹਦੇ ਬਰਾਬਰ ਆ ਗਿਆ, v ਅਪੋਨ l। ਸੋ ਦਿਸ ਡੈਲਟਾ x ਅਪੋਨ ਡੈਲਟਾ t ਆਈ ਹੈਵ ਰਿਪਲੇਸਡ ਇਟ ਵਿਦ v, ਸੋ ਬਟੇ l। ਹੁਣ ਮੈਂ ਆਉਣਾ ਹੈ ਕੋਫੀਸ਼ੀਐਂਟ ਆਫ ਵਿਸਕੋਸਿਟੀ ਵਿਚ ਇਜ਼ ਡਿਨੋਟਡ ਬਾਈ ਈਟਾ। ਇਹਦਾ ਕੀ ਨਾਮ ਹੈ ਜੀ, ਈਟਾ, ETA। ਇਟ ਇਜ਼ ਅ ਗ੍ਰੀਕ ਲੈਟਰ ਵਿਚ ਇਜ਼ ਯੂਜ਼ਡ ਟੂ ਡਿਨੋਟ ਵਿਸਕੋਸਿਟੀ ਆਫ ਲਿਕੁਇਡਸ। ਸੋ ਇਹ ਕਿਹਦੇ ਬਰਾਬਰ ਆ, ਸੋ ਇਟ ਵਿਲ ਬੀ ਇਕੁਅਲ ਟੂ ਦੀ ਸਟ੍ਰੈਸ ਓਵਰ ਸਟ੍ਰੇਨ ਰੇਟ। ਸੋ ਸਟ੍ਰੈਸ ਮੇਰੀ ਕੀ ਆ, ਫੋਰਸ ਲਗਾਈ ਆ, ਜਿੰਨੇ ਏਰੀਆ ਤੇ ਫੋਰਸ ਲਗਾਈ ਆ ਉਹ ਸਾਡੀ ਸਟ੍ਰੈਸ ਹੋ ਜਾਏਗੀ, ਫੋਰਸ ਅਪੋਨ ਏਰੀਆ, ਤੇ ਸਟ੍ਰੇਨ ਰੇਟ ਮੇਰਾ ਕਿੰਨਾ ਹੈ, v ਅਪੋਨ l। ਸੋ ਇਨ ਦਿਸ ਵੇ ਜਿਹੜਾ ਮੇਰਾ ਈਟਾ ਹੈ ਕੋਫੀਸ਼ੀਐਂਟ ਆਫ ਵਿਸਕੋਸਿਟੀ, ਉਹ ਆ ਜਾਏਗਾ f ਓਵਰ a v ਅਪੋਨ l। ਤੇ ਇਹਨੂੰ ਮੈਂ ਸਿੱਧਾ ਕਰਕੇ ਲਿਖ ਲਵਾਂ, ਈਟਾ ਮੇਰਾ ਆ ਗਿਆ f ਅਪੋਨ a, ਤੇ l ਉੱਪਰ ਆ ਜਾਏਗਾ, ਤੇ v ਮੇਰਾ ਨੀਚੇ ਆ ਜਾਏਗਾ। ਹੁਣ ਜੇ ਮੈਂ ਫੋਰਸ ਕੱਢਣੀ ਹੋਵੇ ਵੀ ਉਹ ਕਿੰਨੀ ਆਏਗੀ, ਦੈਨ ਫੋਰਸ ਵਿਲ ਬੀ ਈਟਾ a v ਅਪੋਨ ਕਿੰਨੀ ਆਏਗੀ ਜੀ, l। ਸੋ ਆਹ ਮੇਰੀ ਫੋਰਸ ਆਊਗੀ ਜਿਹੜੀ ਮੈਂ ਇੱਥੇ ਲਗਾਈ ਆ। ਸੋ ਇਨ ਕੇਸ ਤੁਹਾਨੂੰ ਇਹ ਹੁਣ 1 2 3 4 5 ਵੇਰੀਏਬਲ ਨੇ, ਪੰਜਾਂ ਦੇ ਵਿੱਚੋਂ ਮੈਨੂੰ 4 ਦਿੱਤੇ ਹੋਣਗੇ, ਇੱਕ ਮੈਂ ਕੱਢਣਾ ਹੋਊਗਾ ਕਿ ਕਿਹੜਾ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਵੀ ਆਹ ਚੀਜ਼ ਕੈਲਕੂਲੇਟ ਕਰੋ। ਹੁਣ ਅਸੀਂ ਆਈਏ ਵੀ ਜਿਹੜਾ ਸਾਡਾ ਕੋਫੀਸ਼ੀਐਂਟ ਆਫ ਵਿਸਕੋਸਿਟੀ ਆ, ਇਹਦੀਆਂ ਡਾਇਮੈਂਸ਼ਨਸ ਕੀ ਹੋਣਗੀਆਂ ਤੇ ਇਹਦੀਆਂ ਯੂਨਿਟਸ ਕੀ ਹੋਣਗੀਆਂ, ਠੀਕ ਹੈ। ਤਾਂ ਯੂਨਿਟਸ ਨੇ ਜਿਹੜੀਆਂ ਇਹਦੀਆਂ, ਉਹਦਾ ਸਪੈਸ਼ਲ ਨੇਮ ਹੈ ਜਿਹਨੂੰ ਅਸੀਂ ਪੁਆਇਜ਼ਲੀ ਕਹਿੰਦੇ ਹਾਂ। ਸੋ PI ਪੁਆਇਜ਼ਲੀ। ਤੇ ਇਹਦੀਆਂ ਹੁਣ ਡਾਇਮੈਂਸ਼ਨਸ ਦੇਖੀਏ, ਡਾਇਮੈਂਸ਼ਨਲ ਫਾਰਮੂਲਾ ਆਪਾਂ ਪੁੱਟ ਕਰ ਦਈਏ, ਫੋਰਸ ਦਾ ਕਿੰਨਾ ਹੁੰਦਾ ਜੀ, MLT-2 ਲੈਂਥ, ਏਰੀਆ ਤੇ ਵੈਲੋਸਿਟੀ LT-1। ਤੇ ਇਹਨੂੰ ਤੁਸੀਂ ਸੋਲਵ ਕਰੋਗੇ ਤੇ ਸੋਲਵ ਕਰਕੇ ਕਿੰਨਾ ਆਏਗਾ, ਦੇਖੋ ਕਰਕੇ, ਮਾਸ ਸਾਡੇ ਕੋਲ ਇੱਕੋ ਹੀ ਆ, ਲੈਂਥ ਇੱਥੇ 1 ਹੈ, ਇੱਥੇ 1 ਹੈ, ਤੇ ਨੀਚੇ 2 ਹੈ, ਤੇ 1 ਤੇ 1 2 ਉੱਪਰ ਸੀ, ਨੀਚੇ ਵਾਲੀ 2 ਨਾਲ ਕੈਂਸਲ ਹੋ ਜਾਏਗੀ। ਆਹ ਵਾਲੀ ਲੈਂਥ 1 ਉੱਪਰ ਜਾ ਕੇ ਕੀ ਬਣ ਜਾਏਗੀ, -1। ਹੁਣ ਟਾਈਮ ਤੇ ਆ ਜਾਈਏ, t ਸਾਡੇ ਕੋਲੇ -2 ਉੱਪਰ ਹੈ, ਨੀਚੇ -1 ਹੈ, ਨੀਚੇ ਵਾਲੀ -1 ਉੱਪਰ ਜਾ ਕੇ +1 ਹੋ ਜਾਏਗੀ, +1 - 2 ਇਜ਼ -1। ਸੋ ਇਹਦਾ ਮਤਲਬ ਸਾਡੇ ਕੋਲੇ ਡਾਇਮੈਂਸ਼ਨਲ ਫਾਰਮੂਲਾ ਆਫ ਕੋਫੀਸ਼ੀਐਂਟ ਆਫ ਵਿਸਕੋਸਿਟੀ ਵਿਲ ਬੀ ML-1 T-1। ਸੋ ਇਹ ਤੁਸੀਂ ਯਾਦ ਰੱਖ ਲੈਣਾ ਹੈ, ਆਹ ਫਾਰਮੂਲਾ ਯਾਦ ਰੱਖ ਲੈਣਾ ਇੱਦਾਂ ਸਿੱਧਾ ਹੀ, ਜੇ ਰੱਟਾ ਲਾਓਗੇ ਤਾਂ ਭੁੱਲ ਜਾਊਗਾ, ਬਟ ਤੁਸੀਂ ਕੀ ਯਾਦ ਰੱਖਣਾ ਵੀ ਕੋਫੀਸ਼ੀਐਂਟ ਆਫ ਵਿਸਕੋਸਿਟੀ ਕੀ ਹੁੰਦੀ ਆ, ਸਟ੍ਰੈਸ ਓਵਰ ਸਟ੍ਰੇਨ ਰੇਟ। ਸਟ੍ਰੇਨ ਰੇਟ ਕਿਵੇਂ ਕੱਢਿਆ ਸੀ ਉਹ ਯਾਦ ਰੱਖਣਾ ਵੀ ਅਸੀਂ ਸ਼ੇਅਰਿੰਗ ਸਟ੍ਰੇਨ ਪਹਿਲਾਂ ਦੇਖੀ ਇੱਥੇ ਕਿੰਨੀ ਆਏਗੀ, ਕਿਉਂਕਿ ਇੱਧਰਲੇ ਪਾਸੇ ਨੂੰ ਡੈਲਟਾ ਐਕਸ ਮੂਵ ਕੀਤਾ, ਡੈਲਟਾ ਐਕਸ ਅਪੋਨ ਐਲ ਸਟ੍ਰੇਨ ਹੈ ਸਾਡੀ, ਰੇਟ ਕੀ ਆ ਜਾਏਗਾ ਪਰ ਯੂਨਿਟ ਟਾਈਮ ਕਰ ਦਾਂਗੇ, ਡੈਲਟਾ ਐਕਸ ਨੂੰ ਓਵਰ ਡੈਲਟਾ ਟੀ ਕੀ ਆ ਜਾਏਗਾ, ਵੈਲੋਸਿਟੀ ਆ ਜਾਏਗੀ, ਤੇ ਵੈਲੋਸਿਟੀ ਓਵਰ ਐਲ ਸਾਡਾ ਕੀ ਆ ਗਿਆ, ਸਟ੍ਰੇਨ ਰੇਟ। ਤੇ ਕੋਫੀਸ਼ੀਐਂਟ ਆਫ ਵਿਸਕੋਸਿਟੀ ਕੱਢਣ ਲਈ ਸਟ੍ਰੈਸ ਐਫ ਓਵਰ ਏ ਓਵਰ ਸਟ੍ਰੇਨ ਰੇਟ, ਤੇ ਰੀਅਰੇਂਜ ਕਰ ਲਓ, ਤੇ ਉਸ ਤੋਂ ਬਾਅਦ ਅਸੀਂ ਇਹਦੀਆਂ ਡਾਇਮੈਂਸ਼ਨਸ ਲਿਖਾਂਗੇ ਤੇ ਯੂਨਿਟਸ ਲਿਖਾਂਗੇ। ਪੁਆਇਜ਼ਲੀ ਇਹਦੇ ਯੂਨਿਟਸ ਨੇ, ਤੁਸੀਂ SI ਦੇ ਵਿੱਚ ਇਹਨੂੰ ਕੱਲੇ ਕੱਲੇ ਦੇ ਯੂਨਿਟਸ ਵੀ ਲਿਖ ਸਕਦੇ ਹੋ, ਤੇ ਉਹਨੂੰ ਅਰੇਂਜ ਕਰ ਸਕਦੇ ਹੋ ਵੀ ਜਿਵੇਂ ਇਹਨੂੰ
ਆਪਾਂ ਨਿਊਟਨ ਲਿਖ ਲਈਏ, ਇੱਥੇ ਮੀਟਰ ਆ ਜਾਏਗਾ, ਦਿਸ ਇਜ਼ ਮੀਟਰ ਸਕੇਅਰ, ਉਹਨੂੰ ਵੀ ਚੇਂਜ ਕਰਾਂਗੇ ਮੀਟਰ ਪਰ ਸੈਕਿੰਡ। ਸੋ ਮੀਟਰ ਨੂੰ ਅਸੀਂ ਕੈਲਕੂਲੇਟ ਕਰ ਲਾਂਗੇ ਕਿੰਨਾ ਬਣੂਗਾ। ਸੋ ਉਸ ਤਰੀਕੇ ਨਾਲ ਵੀ ਲਿਖ ਸਕਦੇ ਹੋ ਤੇ ਪੋਇਜ਼ ਲਈ ਵੀ ਲਿਖ ਸਕਦੇ ਹੋ। ਕਲੀਅਰ। ਸੋ ਦਿਸ ਵਾਜ਼ ਆਲ ਅਬਾਊਟ ਵਿਸਕੋਸਿਟੀ। ਤੇ ਇਸ ਤੋਂ ਬਾਅਦ ਫਿਰ ਆਪਾਂ ਨੈਕਸਟ ਚੈਪਟਰ ਨੈਕਸਟ ਟੌਪਿਕ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਸਮਝ ਗਏ।